ਹੈਡਲਾਈਨਜ਼ ਭਾਰਤ ਦੇਖ ਰਹੇ ਸਮੂਹ ਦਰਸ਼ਕਾਂ ਦਾ ਮੈਂ ਕੁਲਵੰਤ ਸਿੰਘ ਟਿੱਬਾ ਹਾਰਦਿਕ ਸਵਾਗਤ ਕਰਦਾ ਹਾਂ। ਅੱਜ ਸਾਡੇ ਨਾਲ ਮੌਜੂਦ ਨੇ ਬਹੁਜਨ ਸਮਾਜ ਪਾਰਟੀ ਦੇ ਸਾਬਕਾ ਸ਼ਿਵਾਈ ਨੀਤ ਪ੍ਰਧਾਨ ਅਤੇ ਪ੍ਰਸਿੱਧ ਉਦਯੋਗਪਤੀ MP ਸਿੰਘ ਗਰਾਇਆ ਜੀ। ਅਸੀਂ ਅੱਜ ਵੱਖ-ਵੱਖ ਚਲੰਤ ਮਸਲਿਆਂ 'ਤੇ ਇਹਨਾਂ ਨਾਲ ਗੱਲਬਾਤ ਕਰਾਂਗੇ। ਇਹਨਾਂ ਦੀ ਕੀ ਰਾਏ ਹੈ, ਜਿਸ ਤਰ੍ਹਾਂ CAA ਹੈ ਜਾਂ ਹੋਰ ਜਿਹੜੇ ਸਾਡੇ ਸਮਾਜ ਨੂੰ ਸਮੱਸਿਆਵਾਂ ਆ ਰਹੀਆਂ ਨੇ, ਕਿਉਂਕਿ ਲੋਕਡਾਊਨ ਨੂੰ ਲੈ ਕੇ ਜਿਹੜਾ ਹੈਗਾ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਸਾਡੇ ਗਰੀਬ ਸਮਾਜ ਦੇ ਸਾਹਮਣੇ ਆਈਆਂ ਨੇ। ਜਿਸ ਤਰ੍ਹਾਂ ਭਾਵੇਂ ਉਹ ਮਜ਼ਦੂਰਾਂ ਨੂੰ ਰਾਸ਼ਨ ਵੰਡਣ ਦਾ ਮਾਮਲਾ ਹੋਵੇ ਜਾਂ ਉਹਨਾਂ ਦੀ ਮਜ਼ਦੂਰੀ ਬੰਦ ਹੋ ਜਾਣ ਦਾ ਮਾਮਲਾ ਹੋਵੇ। ਜਿਹੜੇ ਗਰੀਬ ਸਮਾਜ ਸੀ, ਗਰੀਬ ਲੋਕ ਸੀ, ਮਜ਼ਦੂਰ ਲੋਕ ਸੀ, ਉਹਨਾਂ ਦੇ ਚੁੱਲ੍ਹੇ ਤੱਪਣੇ ਬੰਦ ਹੋ ਗਏ। ਜਿਸ ਤਰ੍ਹਾਂ ਲੋਕਡਾਊਨ ਤੋਂ ਪਹਿਲਾਂ CAA ਨੂੰ ਲੈ ਕੇ ਲਗਾਤਾਰ ਪੂਰੇ ਦੇਸ਼ ਦੇ ਵਿੱਚ ਸੰਘਰਸ਼ ਹੋ ਰਿਹਾ ਸੀ, ਉਹਦਾ ਜਿਹੜਾ ਹੈਗਾ ਦੁਬਾਰਾ ਉਹ ਕਿੱਦਾਂ ਸ਼ੁਰੂ ਹੋਏਗਾ। ਸਾਡੇ ਨਾਲ ਮੌਜੂਦ ਨੇ MP ਸਿੰਘ ਗਰਾਇਆ ਜੀ। ਅਸੀਂ ਉਹਨਾਂ ਦਾ ਹੈਡਲਾਈਨਜ਼ ਭਾਰਤ 'ਤੇ ਸਵਾਗਤ ਕਰਦੇ ਹਾਂ। MP ਜੀ, ਸਭ ਤੋਂ ਪਹਿਲਾਂ ਇਹ ਦੱਸੋ ਕਿ ਲੋਕਡਾਊਨ ਤੋਂ ਪਹਿਲਾਂ ਜਿਸ ਤਰ੍ਹਾਂ ਦਾ ਕੇਂਦਰ ਸਰਕਾਰ ਨੂੰ ਹਰ ਪਾਸਿਓਂ ਵਿਰੋਧ ਝੱਲਣਾ ਪੈ ਰਿਹਾ ਸੀ, ਕਿਤੇ ਨਾ ਕਿਤੇ ਜਿਹੜੀ ਕਰੋਨਾ ਦੀ ਬਿਮਾਰੀ ਆਈ ਉਹਨੂੰ ਲੈ ਕੇ ਭਾਰਤ ਦੇ ਵਿੱਚ ਲੋਕਡਾਊਨ ਕੀਤਾ ਗਿਆ, ਅਤੇ ਕੀ ਹੁਣ ਤੁਸੀਂ ਸਮਝਦੇ ਹੋ ਕਿ ਉਸ ਤਰ੍ਹਾਂ ਦਾ ਵਿਰੋਧ ਜਿਹੜਾ ਹੈਗਾ ਦੁਬਾਰੇ ਮੰਨ ਲਓ ਸਾਹਮਣੇ ਆ ਸਕਦਾ ਹੈ? ਇਸ ਤਰ੍ਹਾਂ ਹੈ ਜੀ, ਪਹਿਲਾਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਜੈ ਭੀਮ, ਜੈ ਭਾਰਤ। ਕਿਉਂਕਿ ਜਦੋਂ ਸਿਟੀਜ਼ਨ ਅਮੈਂਡਮੈਂਟ ਐਕਟ ਔਰ ਸਿਟੀਜ਼ਨ ਅਮੈਂਡਮੈਂਟ ਬਿੱਲ ਆਇਆ ਸੀ, ਉਸ ਵੇਲੇ ਮੁਸਲਿਮ ਸਮਾਜ ਦੇ ਲੋਕਾਂ ਵਿੱਚ ਬਹੁਤ ਭਾਰੀ ਰੋਸ ਸੀ। ਰੋਸ ਇਸ ਕਰਕੇ ਸੀ ਕਿ ਉਹ ਦੇਸ਼ ਦੀ ਆਜ਼ਾਦੀ ਤੋਂ ਬਾਅਦ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ, ਔਰ ਦੇਸ਼ ਆਜ਼ਾਦ ਤੋਂ ਬਾਅਦ ਬਹੁਤ ਸਾਰੇ ਮੁਸਲਮਾਨ ਜਿਹੜੇ ਐਸੇ ਪ੍ਰਸਿੱਧ ਜਿਹੜੇ ਅਲੱਗ-ਅਲੱਗ ਕਿੱਤਿਆਂ ਨਾਲ ਤੋਂ ਨਿਪੁੰਨ ਸੀ, ਉਹਨਾਂ ਨੇ ਇਸ ਦੇਸ਼ ਦੇ ਲਈ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ। ਔਰ ਜਿਹੜੇ ਲੋਕ ਪਾਕਿਸਤਾਨ 'ਚ ਜਾਣਾ ਚਾਹੁੰਦੇ ਸੀ, ਮੁਹੰਮਦ ਅਲੀ ਜਿੰਨ੍ਹਾਂ ਦੇ ਮਗਰ ਲੱਗ ਕੇ ਉਹ ਪਾਕਿਸਤਾਨ ਚਲੇ ਗਏ, ਔਰ ਬਾਕੀ ਜਿਹੜੇ ਇੰਡੀਆ ਦੇ ਵਿੱਚ ਜਿਹੜੇ ਮੁਸਲਮਾਨ ਰਹਿਣਾ ਚਾਹੁੰਦੇ ਸੀ, ਉਹਨਾਂ ਨੇ ਪਾਕਿਸਤਾਨ ਵੱਲ ਨੂੰ ਆਪਣੇ ਆਪ ਨੂੰ ਹਿਜਰਤ ਨਹੀਂ ਕੀਤਾ, ਉਹ ਇੱਥੇ ਦੇ ਵਸਨੀਕ ਹੋ ਗਏ। ਅੱਜ ਜਿਹੜੇ ਲੋਕ ਸਾਡੇ ਦੇਸ਼ ਦੇ ਵਾਰਸ ਨੇ, ਜਿਹੜੇ ਇੱਥੋਂ ਦੇ ਸਿਟੀਜ਼ਨ ਆ, ਉਹਨਾਂ ਲੋਕਾਂ ਦੇ ਉੱਤੇ ਰਿਸਟ੍ਰਿਕਸ਼ਨ ਜਿਹੜੀ ਕੇਂਦਰ ਸਰਕਾਰ, ਮੋਦੀ ਸਰਕਾਰ ਲਾ ਰਹੀ ਆ ਕਿ ਉਹ ਆਪਣੇ ਆਪ ਨੂੰ ਇਹ ਸਾਬਤ ਕਰਨ ਕਿ ਉਹ ਭਾਰਤ ਦੇ ਨਾਗਰਿਕ ਆ। ਅਤੇ ਜਿਹੜੇ ਦੂਸਰੀਆਂ ਕੰਟਰੀਆਂ ਦੇ ਵਿੱਚ ਜਿਹੜੇ ਹਿੰਦੂ ਰਹਿ ਰਹੇ ਆ, ਉਹਨਾਂ ਲੋਕਾਂ ਨੂੰ ਇੱਥੇ ਲਿਆਉਣ ਦੇ ਉਹਨਾਂ ਦੀ ਕੋਸ਼ਿਸ਼ ਆ ਕਿ ਉਹਨਾਂ ਨੂੰ ਇੱਥੇ ਲਿਆਂਦਾ ਜਾਵੇ। ਜਦ ਕਿ ਸਾਡੇ 130 ਕਰੋੜ ਲੋਕਾਂ ਦੀ ਆਬਾਦੀ ਆ। 130 ਕਰੋੜ ਲੋਕਾਂ ਨੂੰ ਨਾ ਤਾਂ ਪ੍ਰੋਪਰ ਅੱਜ ਤੱਕ ਖਾਣ ਪੀਣ ਲਈ ਕੋਈ ਭੋਜਨ ਮਿਲ ਰਿਹਾ, ਨਾ ਕਿਸੇ ਨੂੰ ਕੋਈ ਨੌਕਰੀ ਮਿਲ ਰਹੀ, ਨਾ ਕੋਈ ਸਿਹਤ ਸਹੂਲਤਾਂ। ਹੈਲਥ ਸਿਸਟਮ ਤੁਹਾਡੇ ਸਾਹਮਣੇ ਹੀ ਆ ਸਾਰਾ। ਅਤੇ ਨਾ ਹੀ ਅੱਜ ਦਾ ਜਿਹੜਾ ਸਾਡਾ ਯੂਥ ਆ, ਅਗਰ ਉਹ ਪੜ੍ਹ ਲਿਖ ਜਾਂਦਾ ਤਾਂ ਉਹਨੂੰ ਸਾਡਾ ਪ੍ਰਾਈਮ ਮਿਨਿਸਟਰ ਇਹ ਕਹਿ ਰਿਹਾ ਕਿ ਤੁਸੀਂ ਪਕੌੜੇ ਤਲ ਕੇ ਦੁਕਾਨ ਖੋਲ੍ਹ ਕੇ ਬੈਠੋ। ਜਦ ਕਿ ਅਸੀਂ ਚਾਹੁੰਦੇ ਹਾਂ ਕਿ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੇ 3 ਗੱਲਾਂ ਦਾ ਜਿਹੜਾ ਸੰਕਲਪ ਸੀ, ਉਹਦੇ ਮਾਧਿਅਮ ਤੋਂ ਕਿ ਸਾਡੇ ਬੱਚੇ IAS IPS PPS IFS ਆਫਿਸਰ ਬਣਨ, ਉਹ DC ਜੱਜ ਲੱਗਣ, ਵੱਡੀਆਂ ਪਦਵੀਆਂ 'ਤੇ ਬੈਠਣ, ਚੀਫ ਸੈਕਟਰੀ ਲੱਗਣ। ਮਗਰ ਇਹ ਤਦ ਹੀ ਪੋਸੀਬਲ ਹੋ ਸਕਦਾ ਜੇ ਗੌਰਮੈਂਟ ਗਰੀਬ ਲੋਕਾਂ ਦੇ ਪ੍ਰਤੀ ਆਪਣੇ ਆਪ ਨੂੰ ਸੁਹਿਰਦ ਬਣਾ ਕੇ ਚੱਲੂਗੀ। ਪਰ ਲੋਕਾਂ ਦੀ ਜਿਹੜੇ ਕੇਂਦਰ ਸਰਕਾਰ ਆ, ਉਹਨਾਂ ਦਾ ਇੱਕੋ ਹੀ ਇੱਕ ਮਨਸ਼ਾ ਹੈ ਕਿ ਅਸੀਂ ਸੱਤਾ 'ਤੇ ਕਿੱਦਾਂ ਬਣੇ ਰਹਿਣਾ। ਮੋਦੀ ਨੇ ਪਿਛਲੇ 5 ਸਾਲ ਰਾਜ ਕੀਤਾ, ਉਸ ਵੇਲੇ ਉਹਨੇ ਬਹੁਤ ਲੋਕਾਂ ਦਾ ਸ਼ੋਸ਼ਣ ਕੀਤਾ। ਮਗਰ ਹਿੰਦੂਇਜ਼ਮ ਨੂੰ ਜਿਸ ਵੇਲੇ ਉਹ ਲੈ ਕੇ ਚੱਲਦਾ, ਅਤੇ ਅੱਜ ਉਹਨੇ ਮੁਸਲਮਾਨ ਹਿੰਦੂਆਂ ਨੂੰ ਆਪਸ ਵਿੱਚ ਟਕਰਾਅ ਦਾ ਨੀਤੀ ਜਿਹੜੀ ਉਹ ਪੈਦਾ ਕਰਤੀ। ਅਤੇ ਜਿਹੜੇ ਕੱਟੜ ਹਿੰਦੂ ਆ, ਉਹ ਚਾਹੁੰਦੇ ਕਿ ਅਸੀਂ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਈਏ। ਅਤੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਨੇ ਭਾਰਤ ਦੇ ਕਾਨਸਟੀਟਿਊਸ਼ਨ ਦੇ ਪ੍ਰੀਐਂਬਲ 'ਚ ਲਿਖਿਆ ਕਿ ਵੀ ਆਰ ਆਲ ਦਾ ਇੰਡੀਅਨ। ਇੰਡੀਅਨ ਨਹੀਂ ਭਾਰਤੀ ਆ, ਭਾਰਤੀ ਹੀ ਇੰਡੀਅਨ ਹੈ। ਅਤੇ ਅਸੀਂ ਸਾਰੇ ਲੋਕ ਵੱਖ-ਵੱਖ ਧਰਮਾਂ ਨਾਲ ਰਿਲੇਟਡ, ਇਹ ਭਾਰਤ ਇੱਕ ਕੰਟਰੀ ਐਸੀ ਹੈ ਜਿੱਥੇ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਬੁੱਧਿਸਟ, ਪਾਰਸੀ, ਸਾਰੇ ਧਰਮਾਂ ਦੇ ਲੋਕ ਇੱਕ ਮੰਚ 'ਤੇ ਰਹਿੰਦੇ ਆ। ਔਰ ਇਹਨਾਂ ਦੇ ਵਿੱਚ ਕੋਈ ਟਕਰਾਅ ਨਹੀਂ, ਕੋਈ ਇਹੋ ਜਿਹੀ ਲੜਾਈ ਝਗੜਾ ਨਹੀਂ, ਕੋਈ ਮੰਦਰ ਨੂੰ ਲੈ ਕੇ, ਕੋਈ ਮਸਜਿਦ ਨੂੰ ਲੈ ਕੇ, ਕੋਈ ਗੁਰਦੁਆਰੇ ਨੂੰ ਲੈ ਕੇ, ਕਿਤੇ ਕੋਈ ਟਕਰਾਅ ਦੀ ਨੀਤੀ ਨਹੀਂ। ਮਗਰ ਕੇਂਦਰ ਸਰਕਾਰ ਸੱਤਾ ਨੂੰ ਪ੍ਰਾਪਤ ਕਰਨ ਵਾਸਤੇ ਲੋਕਾਂ ਨੂੰ ਆਪਸ ਵਿੱਚ ਲੜਾ ਕੇ ਲੋਕਾਂ ਦੇ ਅੰਦਰ ਨਫ਼ਰਤ ਦੀ ਭਾਵਨਾ ਪੈਦਾ ਕਰਦੇ। ਔਰ ਇਸੇ ਕਰਕੇ ਇਹਨਾਂ ਦਾ ਜਿਸ ਵੇਲੇ ਇਹ ਹੱਥਕੰਡਾ ਪਿਛਲੀ ਸਰਕਾਰ ਵਿੱਚ ਨਹੀਂ ਚੱਲਿਆ, ਤਾਂ ਇਹਨਾਂ ਨੇ ਆਉਂਦਿਆਂ ਨੇ ਪਹਿਲਾਂ ਧਾਰਾ 370 ਜਿਹੜੀ ਕਸ਼ਮੀਰ ਦੀ, ਉਹ ਭੰਗ ਕੀਤੀ। ਧਾਰਾ 370 ਤੋਂ ਬਾਅਦ ਇਹਨਾਂ ਨੇ ਕਿਹਾ ਕਿ ਆਪਣੇ ਉਹਨੂੰ ਨੈਸ਼ਨਲ ਲੈਵਲ 'ਤੇ ਤੁਸੀਂ ਆਪਣੀ ਸਿਟੀਜ਼ਨਸ਼ਿਪ ਨੂੰ ਰਜਿਸਟਰਡ ਕਰਾਓ, ਜਿਹਨੂੰ ਅਸੀਂ NPR ਕਹਿੰਦੇ ਹਾਂ। ਜੇ ਉਹ ਆਪਣੀ ਸਿਟੀਜ਼ਨਸ਼ਿਪ ਨੂੰ ਰਜਿਸਟਰਡ ਨਹੀਂ ਕਰਾਉਣਗੇ ਅਤੇ ਫਿਰ ਤੁਹਾਡੇ ਕੋਲ ਕੋਈ ਡਾਕੂਮੈਂਟ ਨਹੀਂ, ਇਹਦਾ ਮਤਲਬ ਤੁਸੀਂ ਇਸ ਦੇਸ਼ ਦੇ ਨਾਗਰਿਕ ਨਹੀਂ। ਅੱਜ ਤੁਹਾਨੂੰ 70 ਸਾਲ ਹੋ ਗਏ ਇੰਡੀਆ ਵਿੱਚ ਰਹਿੰਦੇ ਆ,
ਇੰਡੀਆ ਵਿੱਚ ਰਹਿ ਕੇ ਅੱਜ ਅਗਰ ਤੁਸੀਂ ਇਹ ਕਹਿੰਦੇ ਹੋ ਕਿ ਅਸੀਂ ਸਿਟੀਜ਼ਨਸ਼ਿਪ ਆਪਣੀ ਕਿੱਦਾਂ ਸ਼ੋਅ ਕਰਨੀ ਆ, ਉਹ ਪਰਫੋਰਮਾ ਐਡਾ ਜ਼ਬਰਦਸਤ ਹੈ, ਉਹਦੇ ਵਿੱਚ ਇੱਕ ਇੱਕ ਕਾਲਮ ਨੂੰ ਭਰਿਆ ਜਾਂਦਾ। ਅਤੇ ਜੇ ਉਹ ਕਾਲਮ ਅਗਰ ਕਿਤੇ ਵੀ 1% ਵੀ ਕਿਤੇ ਤੁਸੀਂ ਗਲਤ ਭਰ ਦਿੰਦੇ ਹੋ ਤਾਂ ਤੁਹਾਡੇ ਉੱਤੇ ਕੁਐਸਚਨ ਮਾਰਕ ਲੱਗ ਜਾਂਦਾ, ਔਰ ਤੁਹਾਨੂੰ ਚੱਕ ਕੇ ਉਹ ਲਿਜਾ ਕੇ ਡਿਟੈਂਸ਼ਨ ਸੈਂਟਰਾਂ ਦੇ ਵਿੱਚ ਲਿਜਾ ਕੇ ਛੱਡ ਦੇਣਗੇ, ਜਿੱਥੇ ਕੋਈ ਤੁਹਾਡੀ ਸੁਣਵਾਈ ਨਹੀਂ ਹੋਊਗੀ। ਇਸ ਕਰਕੇ ਇਹਨਾਂ ਨੇ ਜਿਹੜਾ ਮੁਸਲਮਾਨਾਂ ਨੂੰ ਟਾਰਗੇਟ ਬਣਾਇਆ, ਇਹੀ ਟਾਰਗੇਟ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਕਿ ਜਿਹੜੇ ਸਿੱਖ ਆ, ਚਾਹੇ ਅਕਾਲੀ ਦਲ ਬਾਦਲ ਬੀਜੇਪੀ ਦਾ ਅਲਾਇੰਸ ਪਾਰਟਨਰ ਹੈ, ਐਨਡੀਏ ਬਣਾ ਕੇ ਬੈਠਾ, ਮਗਰ ਆਉਣ ਵਾਲੇ ਵਕਤ ਦੇ ਅੰਦਰ ਤੁਸੀਂ ਇਹ ਦੇਖੋਗੇ ਕਿ ਇਹ ਸਿੱਖਾਂ ਨੂੰ ਵੀ ਇਹ ਲੋਕ ਟਾਰਗੇਟ ਬਣਾਉਣਗੇ, ਕਿਉਂਕਿ ਇਹਨਾਂ ਦਾ ਮਨਸੂਬਾ ਹੈ ਇਸ ਦੇਸ਼ ਨੂੰ ਭਾਰਤ ਤੋਂ ਕਨਵਰਸ਼ਨ ਕਰਕੇ ਕਿ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣਾ। ਜੀ, ਜਿਸ ਤਰ੍ਹਾਂ ਤੁਸੀਂ ਹਿੰਦੂ ਰਾਸ਼ਟਰ ਦੀ ਗੱਲ ਕੀਤੀ ਹੈ, ਬੀਤੇ ਦਿਨੀ ਸੁਪਰੀਮ ਕੋਰਟ ਦੇ ਵਿੱਚ ਇੱਕ ਜਿਹੜੀ ਜਨਹਿਤ ਪਟੀਸ਼ਨ ਪਾਈ ਗਈ ਹੈ, ਉਹਨਾਂ ਦੇ ਵਿੱਚ ਜਿਹੜਾ ਪਟੀਸ਼ਨ ਕਰਤਾ ਸੀ ਉਹਨਾਂ ਦਾ ਇਹ ਦੋਸ਼ ਹੈ ਕਿ ਇੰਡੀਆ ਜਿਹੜਾ ਹੈਗਾ ਉਹ ਇੱਕ ਗੁਲਾਮੀ ਦਾ ਪ੍ਰਤੀਕ ਹੈ, ਕਿਉਂਕਿ ਜਿਹੜਾ ਲੰਮਾ ਸਮਾਂ ਅੰਗਰੇਜ਼ਾਂ ਨੇ ਇੱਥੇ ਰਾਜ ਕੀਤਾ ਹੈ। ਅਤੇ ਉਸ ਤੋਂ ਬਾਅਦ ਉਹਨਾਂ ਦੀ ਮੰਗ ਇਹ ਹੈ ਕਿ ਇਹਨੂੰ ਹਿੰਦੁਸਤਾਨ ਕਿਹਾ ਜਾਵੇ ਜਾਂ ਇਹਨੂੰ ਭਾਰਤ ਕਿਹਾ ਜਾਵੇ, ਪਰ ਸੁਪਰੀਮ ਕੋਰਟ ਨੇ ਉਹਨਾਂ ਦੀ ਉਹ ਪਟੀਸ਼ਨ ਖਾਰਜ ਕਰ ਦਿੱਤੀ ਕਿ ਆਲਰੇਡੀ ਭਾਰਤ ਜਿਹੜਾ ਸ਼ਬਦ ਹੈ ਉਹ ਸਾਡੇ ਦੇਸ਼ ਦੇ ਸੰਵਿਧਾਨ ਵਿੱਚ ਦਰਜ ਹੈ। ਇਹਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ? ਮੈਂ ਤਾਂ ਪਹਿਲਾਂ ਹੀ ਤੁਹਾਨੂੰ ਇਹ ਗੱਲ ਕਹੀ ਆ ਕਿ ਇਹ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਆ, ਲੋਕਾਂ ਦੇ ਅੰਦਰ ਇਹ ਕੁੱਟ-ਕੁੱਟ ਕੇ ਇੱਕ ਗੱਲ ਕਹਿੰਦੇ। ਜਦੋਂ ਵੀ ਕਿਸੇ ਰੈਲੀ 'ਚ ਬੋਲਦੇ ਆ, ਚਾਹੇ ਨਰਿੰਦਰ ਮੋਦੀ ਬੋਲੇ, ਪ੍ਰਕਾਸ਼ ਸਿੰਘ ਬਾਦਲ ਬੋਲੇ, ਚਾਹੇ ਅਮਿਤ ਸ਼ਾਹ ਬੋਲੇ, ਚਾਹੇ ਦੇਸ਼ ਦਾ ਰਾਸ਼ਟਰਪਤੀ ਬੋਲੇ, ਜਦੋਂ ਵੀ ਕੋਈ ਵੀ ਵੱਡਾ ਲੀਡਰ ਬੋਲਦਾ ਉਹ ਕਦੇ ਭਾਰਤ ਨਹੀਂ ਕਹੂਗਾ। ਭਾਰਤ ਜਦੋਂ ਵੀ ਕਹੋਗੇ, ਜਿਹੜੇ ਸਾਹਿਬ ਕਾਂਸ਼ੀ ਰਾਮ ਜੀ ਦੇ ਫੋਲੋਅਰ ਆ ਉਹ ਇਹਨੂੰ ਭਾਰਤ ਕਹਿਣਗੇ। ਇਸੇ ਕਰਕੇ ਅਸੀਂ ਜੈ ਭੀਮ ਜੈ ਭਾਰਤ ਕਹਿੰਦੇ ਹਾਂ। ਮਗਰ ਇਹ ਲੋਕ ਹਮੇਸ਼ਾ ਜਦੋਂ ਵੀ ਕਨਵਿੰਸ ਕਰਦੇ ਲੋਕਾਂ ਨੂੰ, ਇਹ ਹਿੰਦੁਸਤਾਨ ਸ਼ਬਦ ਯੂਜ਼ ਕਰਦੇ, ਜਦ ਕਿ ਕਾਨਸਟੀਟਿਊਸ਼ਨ ਦੇ ਵਿੱਚ ਜਦੋਂ ਇਹ ਸਹੁੰ ਚੁੱਕ ਕੇ ਚਾਹੇ ਪ੍ਰਾਈਮ ਮਿਨਿਸਟਰ ਦੀ ਕੁਰਸੀ 'ਤੇ ਬੈਠਣ, ਚਾਹੇ MLA ਦੀ ਕੁਰਸੀ 'ਤੇ ਬੈਠਣ, ਚਾਹੇ ਕੋਈ ਚੀਫ ਸੈਕਟਰੀ ਲੱਗੇ, ਚਾਹੇ ਕੋਈ ਸੁਪਰੀਮ ਕੋਰਟ ਦਾ, ਹਾਈ ਕੋਰਟ ਦਾ ਜੱਜ ਲੱਗੇ, ਚਾਹੇ ਲੋਅਰ ਕੋਰਟ ਸੈਸ਼ਨ ਕੋਰਟ ਦਾ ਜੱਜ ਲੱਗੇ, ਕੋਈ ਵੀ ਅਗਰ ਸਰਕਾਰੀ ਪਦ ਦੇ ਉੱਤੇ ਬੈਠਦਾ ਤੇ ਉਹ ਭਾਰਤ ਦੇ ਕਾਨਸਟੀਟਿਊਸ਼ਨ ਦੇ ਉੱਪਰ ਹੱਥ ਰੱਖ ਕੇ ਉਹਦੀ ਕਸਮ ਖਾਂਦਾ, ਤਾਂ ਕਸਮ ਖਾਂਦਾ ਕਿ ਮੈਂ ਜੋ ਭਾਰਤ ਦੇ ਸੰਵਿਧਾਨ ਵਿੱਚ ਲਿਖਿਆ ਉਹਨੂੰ ਆਪਣੀ ਵਚਨਬੱਧਤਾ ਦੇ ਨਾਲ ਲੋਕਾਂ ਵਿੱਚ ਇੰਪਲੀਮੈਂਟ ਕਰੂੰਗਾ। ਤੁਸੀਂ ਇਹ ਦੇਖਿਆ ਹੋਊਗਾ ਕਿ ਦੇਸ਼ ਦੇ 70 ਸਾਲਾਂ ਦੇ ਸ਼ਾਸਨ ਕਾਲ ਦੇ ਦੌਰਾਨ ਲੋਕਾਂ ਨੂੰ ਅੱਜ ਦੀ ਡੇਟ ਦੇ ਵਿੱਚ ਬੜੇ ਮਹਾਨ ਫਿਲਾਸਫਰਾਂ ਨੇ ਲਿਖਿਆ ਕਿ ਅਗਰ ਭਾਰਤ ਦੇ ਅੰਦਰ 10% ਅੱਜ ਤੱਕ ਭਾਰਤ ਦਾ ਸੰਵਿਧਾਨ ਲਾਗੂ ਹੋਇਆ, ਅਗਰ 50% ਭਾਰਤ ਦਾ ਸੰਵਿਧਾਨ ਅਗਰ ਲਾਗੂ ਹੋ ਜਾਵੇ ਜਾਂ ਸਰਕਾਰਾਂ ਸੰਜੀਦਗੀ ਦੇ ਨਾਲ ਉਹਨੂੰ ਲਾਗੂ ਕਰ ਦੇਣ, ਤਾਂ ਦੇਸ਼ ਦੇ ਅੰਦਰ ਕੋਈ ਅਮੀਰ ਔਰ ਗਰੀਬ ਜਿਹੜਾ ਉਹ ਪਾੜਾ ਖਤਮ ਹੋ ਜਾਊਗਾ। ਅਤੇ ਜੇ ਅਮੀਰ ਗਰੀਬ ਦਾ ਪਾੜਾ ਖਤਮ ਹੋ ਜਾਊਗਾ ਤਾਂ ਇਕੁਐਲਿਟੀ ਜਿਹੜੀ ਆ ਉਹ ਤੁਹਾਡੇ ਸਾਹਮਣੇ ਆਪਣੇ ਆਪ ਨਜ਼ਰ ਆਊਗੀ। ਅਤੇ ਇਕੁਐਲਿਟੀ ਜਿਸ ਦਿਨ ਤੁਹਾਡੇ ਸਾਹਮਣੇ ਨਜ਼ਰ ਆ ਗਈ ਤਾਂ ਤੁਹਾਨੂੰ ਨਾ ਕੋਈ ਅਮੀਰ ਦਿਸੇਗਾ, ਨਾ ਕੋਈ ਗਰੀਬ ਦਿਸੇਗਾ, ਬਰਾਬਰਤਾ ਦਿਸੇਗੀ। ਅੱਜ ਤੁਸੀਂ ਦੇਖੋ ਚੰਦ ਘਰਾਣੇ ਇਸ ਦੇਸ਼ ਦੇ ਅੰਦਰ ਆ। ਜਿਸ ਵੇਲੇ ਤੁਸੀਂ ਦੇਖੋ ਕਿ 50 ਘਰਾਣਿਆਂ ਦੀ ਲਿਸਟ ਸੈਂਟਰ ਗੌਰਮੈਂਟ ਨੇ ਇਸ਼ੂ ਕੀਤੀ, ਉਹਦੇ ਵਿੱਚ ਵਿਜੇ ਮਾਲੀਆ 9000 ਕਰੋੜ ਲੈ ਕੇ ਦੌੜ ਗਿਆ, ਨੀਰਵ ਮੋਦੀ ਲੈ ਕੇ ਦੌੜ ਗਿਆ, ਫਿਰ ਉਹ ਹੋਰ ਜਿੰਨੇ ਵੀ ਬੰਦੇ, ਉਹਦੇ ਵਿੱਚ ਬਾਬਾ ਰਾਮਦੇਵ ਵੀ ਆ ਜਿਹੜਾ 2225 ਕਰੋੜ ਰੁਪਏ ਦਾ ਡਿਫਾਲਟਰ ਆ। ਮਗਰ ਅੱਜ ਪ੍ਰਾਈਮ ਮਿਨਿਸਟਰ ਆਫ ਇੰਡੀਆ ਨੇ, ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਨੇ 68,600 ਕਰੋੜ ਰੁਪਈਆ ਉਹਨਾਂ ਦਾ ਮਾਫ ਕਰ ਦਿੱਤਾ। ਉਹ ਜਿਹੜੇ ਲੋਕ ਇੱਥੋਂ ਭਗੌੜੇ ਹੋ ਚੁੱਕੇ ਆ। ਅਗਰ ਕੋਈ ਗਰੀਬ ਬੰਦਾ, ਗਰੀਬ ਕਿਸਾਨ ਲੈ ਲਓ, ਮਜ਼ਦੂਰ ਲੈ ਲਓ, ਮੁਲਾਜ਼ਮ ਲੈ ਲਓ, ਵਪਾਰੀ ਲੈ ਲਓ, ਕਿਸੇ ਬੈਂਕ ਤੋਂ ਲੋਨ ਲੈ ਲਵੇ, ਪਹਿਲਾਂ ਤਾਂ ਹਜ਼ਾਰਾਂ ਪੇਪਰ ਦੇਣੇ ਪੈਂਦੇ। ਅਗਰ ਉਹ ਪੇਪਰ ਦੇਣ ਤੋਂ ਬਾਅਦ ਜਦੋਂ ਰਿਕਵਰੀ ਹੁੰਦੀ ਆ, ਫਿਰ ਉਹਦੀ ਇੰਨਾ ਜਲੂਸ ਕੱਢਿਆ ਜਾਂਦਾ ਕਿ ਉਹਦੇ ਘਰ ਦੇ ਬਾਹਰ ਪਹਿਲਾਂ ਢੋਲ ਖੜਕਾਇਆ ਜਾਂਦਾ, ਫਿਰ ਨਾਲ ਪੁਲਿਸ ਲੈ ਕੇ ਜਾਂਦੇ ਆ। ਇਹੀ ਕਾਰਨ ਹੈ ਕਿ ਪੰਜਾਬ ਔਰ ਦੇਸ਼ ਦੇ ਅੰਦਰ ਬਹੁਤ ਗਿਣਤੀ 'ਚ ਕਿਸਾਨ ਵੀ ਸੁਸਾਈਡ ਕਰ ਰਿਹਾ, ਮਜ਼ਦੂਰ ਵੀ ਸੁਸਾਈਡ ਕਰ ਰਿਹਾ, ਇੰਡਸਟਰੀਲਿਸਟ ਵੀ ਸੁਸਾਈਡ ਕਰ ਰਿਹਾ, ਅਤੇ ਹੋਰ ਜਿਹੜੇ ਲੋਕ ਆ ਜਿਨ੍ਹਾਂ ਨੇ ਕਰਜ਼ੇ ਚੁੱਕੇ ਹੋ ਆ, ਉਹਨਾਂ ਤੋਂ ਜਦੋਂ ਕਰਜ਼ਿਆਂ ਦੀ ਵਾਪਸੀ ਨਹੀਂ ਹੁੰਦੀ ਤਾਂ ਫਿਰ ਉਹ ਬੰਦੇ ਸੁਸਾਈਡ ਕਰਕੇ ਚਲੇ ਜਾਂਦੇ ਆ। ਅਤੇ ਇਹ ਦੇਸ਼ ਦੇ ਅੰਦਰ ਜਿਹੜੀ ਸਰਕਾਰ ਆ, ਮੋਦੀ ਸਾਹਿਬ ਨੇ ਸਿਰਫ 68,000 ਕਰੋੜ ਉਹਨਾਂ ਨੂੰ ਇਸ ਕਰਕੇ ਮਾਫ ਕਰ ਦਿੱਤਾ ਕਿ ਹੁਣ ਤੁਸੀਂ ਵਾਪਸ ਆ ਜਾਓ ਇੰਡੀਆ 'ਚ। ਇੰਡੀਆ 'ਚ ਜਿਹੜਾ ਬਾਕੀ ਧਨ ਰਹਿੰਦਾ, ਕਿਉਂਕਿ ਖੁਦ ਇੱਕ ਬਿਜ਼ਨਸਮੈਨ ਆ, ਔਰ ਇਸ ਕਰਕੇ ਉਹ ਸਾਰੇ ਦੇਸ਼ ਦਾ ਬੇੜਾ ਗਰਕ ਕਰਨ 'ਤੇ ਹੋਏ ਆ। ਜਿਸ ਵੇਲੇ ਕਾਂਗਰਸ ਦੀ ਸਰਕਾਰ ਸੀ ਉਦੋਂ ਸਾਡੀ GDP 8.5% ਸੀ, ਫਿਰ ਰਹਿ ਗਈ 5 ਸਾਲ ਬੀਤਣ ਤੋਂ ਬਾਅਦ, ਆ 6ਵਾਂ ਸਾਲ ਹੁਣ ਪੂਰਾ ਹੋਇਆ, ਇਹਦੇ ਵਿੱਚ ਰਹਿ ਗਈ 4.5। ਹੁਣ ਅੱਜ ਦੀ ਡੇਟ ਵਿੱਚ 0% ਤੇ GDP ਆ ਸਾਡੇ ਭਾਰਤ ਦੀ।
ਤੇ ਫਿਰ ਨਰਿੰਦਰ ਮੋਦੀ ਇਹ ਕਹਿ ਰਿਹਾ ਕਿ 0% GDP ਜਿਹੜੀ ਆ ਮੈਂ ਆਪਣੇ ਦੇਸ਼ ਦੀ GDP ਦੇ ਵਿੱਚੋਂ 20 ਲੱਖ ਕਰੋੜ ਰੁਪਈਆ ਦੇ ਰਿਹਾ, ਤੇ 20 ਲੱਖ ਕਰੋੜ ਰੁਪਈਆ ਮੈਨੂੰ ਦੱਸੋ ਆਇਆ ਤੇ ਕਿਹਨੂੰ ਮਿਲਿਆ ਅੱਜ ਤੱਕ। ਸੈਕੰਡ ਗੱਲ, 500 ਰੁਪਈਆ ਇਹਨੇ ਖਾਤਿਆਂ 'ਚ ਪਾਇਆ, ਜਿਹੜੇ ਲੋਕਾਂ ਨੇ ਖਾਤੇ ਖੋਲ੍ਹੇ ਸੀ ਉਸ ਵੇਲੇ 0 ਰੁਪਏ ਦੇ ਨਾਲ, ਔਰ ਉਹ ਜਿਹੜਾ 500 ਰੁਪਈਆ ਆਇਆ, ਮੈਂ ਲਾਈਨਾਂ ਬਣੀਆਂ ਤੁਹਾਨੂੰ ਦਿਖਾ ਸਕਦਾ ਬੈਂਕਾਂ ਦੇ ਬਾਹਰ ਕਿ ਸਾਡੇ ਗਰੀਬ ਸਮਾਜ ਦੀਆਂ ਮਹਿਲਾਵਾਂ 500 ਰੁਪਈਆ ਲੈਣ ਖਾਤਰ ਸੋਸ਼ਲ ਡਿਸਟੈਂਸ ਨੂੰ ਪ੍ਰੋਪਰ ਰੱਖਦੇ ਹੋਏ 2-2 3-3 ਕਿਲੋਮੀਟਰ ਲੰਬੀਆਂ ਲਾਈਨਾਂ ਲਾ ਕੇ ਖੜੀਆਂ, ਔਰ ਧੁੱਪੇ ਕੋਈ ਪਾਣੀ ਦੀ ਵਿਵਸਥਾ ਨਹੀਂ, ਕੋਈ ਉਹਨਾਂ ਦੀ ਲੁੱਕ ਆਫਟਰ ਨਹੀਂ, ਔਰ ਉਹ 500 ਰੁਪਈਆ ਜਦੋਂ ਲੈ ਕੇ ਜਾਂਦੀਆਂ ਮੈਂ ਉਹਨਾਂ ਨੂੰ ਪੁੱਛਿਆ ਵੀ 500 ਰੁਪਏ ਦੇ ਵਿੱਚ ਤੁਸੀਂ ਆਪਣੇ ਪਰਿਵਾਰ ਨੂੰ 1 ਮਹੀਨੇ ਲਈ ਰੋਟੀ ਖਿਲਾ ਸਕਦੇ ਹੋ, ਆਪਣੇ ਬੱਚਿਆਂ ਨੂੰ ਵਧੀਆ ਸਕੂਲਾਂ 'ਚ ਪੜ੍ਹਾ ਸਕਦੇ ਹੋ, ਔਰ ਵਧੀਆ ਬੱਚੇ ਪੜ੍ਹਾ ਲਿਖਾ ਕੇ ਕਿਸੇ ਵਧੀਆ ਸਰਕਾਰੀ ਅਹੁਦੇ 'ਤੇ ਤੁਸੀਂ ਇਹਨਾਂ ਨੂੰ ਬਿਠਾ ਸਕਦੇ ਹੋ, ਮਗਰ ਉਹਨਾਂ ਕੋਲ ਕੋਈ ਜਵਾਬ ਨਹੀਂ। ਇਸ ਕਰਕੇ ਇਹ ਸਾਡੇ ਲੋਕਾਂ ਦੇ ਨਾਲ, ਗਰੀਬਾਂ ਦੇ ਨਾਲ, ਉਹਨਾਂ ਦੇ ਇਮੋਸ਼ਨ ਦੇ ਨਾਲ ਖਿਲਵਾੜ ਕਰਦੇ, ਉਹਨਾਂ ਦਾ ਸ਼ੋਸ਼ਣ ਕਰਦੇ ਜੀ। ਜਿਸ ਤਰ੍ਹਾਂ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ, ਬੀਤੀ ਕੱਲ੍ਹ ਅੰਮ੍ਰਿਤਸਰ ਦੇ ਵਿੱਚ ਜਿਹੜਾ ਹੈਗਾ ਘੱਲੂਘਾਰਾ ਦਿਵਸ ਮਨਾਇਆ ਗਿਆ, ਸ੍ਰੀ ਅਕਾਲ ਤਖ਼ਤ ਸਾਹਿਬ 'ਤੇ 1984 ਦੇ ਵਿੱਚ ਅਟੈਕ ਹੁੰਦਾ, ਉਹਦੀ ਬਰਸੀ ਮਨਾਈ ਜਾਂਦੀ ਹੈ ਅੰਮ੍ਰਿਤਸਰ ਦੇ ਵਿੱਚ, ਔਰ ਜਥੇਦਾਰ ਵੱਲੋਂ ਜਿਹੜੀ ਗੱਲ ਕੀਤੀ ਜਾਂਦੀ ਹੈ ਅਕਾਲ ਤਖ਼ਤ ਸਰਵਉੱਚ ਸਥਾਨ ਹੈ ਸਿੱਖਾਂ ਦਾ, ਉਹਦੇ ਜਥੇਦਾਰ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਜੋ ਗੱਲ ਕਰਦੇ ਆ ਖਾਲਿਸਤਾਨ ਦੀ, ਇਹਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ? ਜਦੋਂ ਕੱਲ੍ਹ ਸਿੰਘ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਸੀ, ਮੈਂ ਤਾਂ ਪਹਿਲਾਂ ਹੀ ਉਹਨਾਂ ਦੇ ਉੱਤੇ ਮੁੱਦਾ ਚੁੱਕਿਆ ਸੀ ਕਿ ਸਿੰਘ ਸਾਹਿਬ ਦੇ ਨਾਲ ਇੱਕ ਇੱਧਰਲੇ ਪਾਸੇ ਸੱਜੇ ਹੱਥ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਪ੍ਰਧਾਨ ਆ ਗੋਬਿੰਦ ਸਿੰਘ ਲੌਂਗੋਵਾਲ ਉਹ ਬੈਠੇ ਆ, ਦੂਸਰੇ ਪਾਸੇ ਹੀ ਸ਼੍ਰੋਮਣੀ ਅਕਾਲੀ ਦਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਹੋਰ ਆਗੂ ਸਾਹਿਬਾਨ ਬੈਠੇ, 2 ਜਣੇ ਬੈਠੇ, ਜਦ ਕਿ ਜਿਹੜਾ ਸ਼੍ਰੀ ਹਰਗੋਬਿੰਦ ਸਾਹਿਬ ਮਹਾਰਾਜ ਨੇ ਤਖਤ ਸਾਜਿਆ ਸੀ, ਇਸ ਤਖਤ ਦੀ ਉਚਾਈ 12 ਫੁੱਟ ਆ। ਇਹ 12 ਫੁੱਟ ਦਾ ਮਤਲਬ ਕੀ ਸੀ ਕਿ ਦੇਸ਼ ਦੀ ਸੁਪਰੀਮ ਕੋਰਟ, ਹਾਈ ਕੋਰਟ, ਲੋਅਰ ਕੋਰਟ, ਸੈਸ਼ਨ ਕੋਰਟ ਸਭ ਉਸ ਤਖਤ ਤੋਂ ਥੱਲੇ ਆ, ਤੇ ਸਿੱਖਾਂ ਦੀ ਇਹ ਮਿੰਨੀ ਪਾਰਲੀਮੈਂਟ ਆ। ਔਰ ਜਿਸ ਵੇਲੇ ਉਸ ਤਖਤ ਤੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਗਰ ਕੋਈ ਫੈਸਲਾ ਸੁਣਾਉਂਦੇ ਆ, ਪੂਰੇ ਵਰਲਡ ਦੇ ਸਿੱਖ ਜਿਹੜਾ ਭਾਈ ਜਿੰਨੇ ਸਿੱਖ ਜਗਤ ਨੂੰ ਬਿਲੋਂਗ ਕਰਦੇ ਆ, ਉਹ ਸਾਰੇ ਸਿੱਖ ਉਹਨਾਂ ਦੇ ਹੁਕਮ ਦੀ ਪਾਲਣਾ ਕਰਦੇ ਆ। ਤੇ ਕੱਲ੍ਹ ਜਦੋਂ ਮੈਂ ਉਹਨਾਂ ਦੀ ਤਸਵੀਰ ਦੇਖ ਰਿਹਾ ਸੀ ਤਾਂ ਮੈਂ ਉਸ ਵੇਲੇ ਬੜਾ ਮਹਿਸੂਸ ਕਰਦਾ ਸੀ ਕਿ ਇਹਨਾਂ ਦੇ ਨਾਲ 5 ਸਿੰਘ ਸਾਹਿਬਾਨਾਂ ਨੂੰ ਬੈਠਣਾ ਚਾਹੀਦਾ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਉਹਨਾਂ ਦੇ ਨਾਲ SGPC ਦਾ ਪ੍ਰਧਾਨ ਨਹੀਂ ਚਾਹੀਦਾ ਸੀ, ਨਾ ਕੋਈ ਹੋਰ ਅਧਿਕਾਰੀ, ਉਹਨਾਂ ਦੇ ਨਾਲ 5 ਤਖ਼ਤਾਂ ਦੇ 5 ਸਿੰਘ ਸਾਹਿਬਾਨ ਜਿਹੜੇ ਅੰਮ੍ਰਿਤਧਾਰੀ ਨੇ, ਗੁਰਸਿੱਖ ਨੇ, ਔਰ ਉਹ ਸਾਨੂੰ 5 ਸਿੱਖ ਸਾਹਿਬਾਨ ਜਿਹੜੇ ਸਿੰਘ ਆ ਉਹ ਸਾਡੇ ਕੌਮ ਨੂੰ ਇੱਕ ਦਿਸ਼ਾ ਨਿਰਦੇਸ਼ ਦਿੰਦੇ ਆ। ਤੇ ਉਸ ਵੇਲੇ ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ ਇਹ ਗੱਲ ਪੁੱਛੀ ਕਿ ਤੁਸੀਂ ਖਾਲਿਸਤਾਨ ਦੇ ਸਮਰਥਕ ਹੋ, ਤਾਂ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੇ ਬੰਦੇ ਮੀਟਿੰਗ ਦੇ ਵਿੱਚ ਆ ਕੇ ਅਗਰ ਕੋਈ ਖਾਲਿਸਤਾਨ ਜਿੰਦਾਬਾਦ ਦਾ ਨਾਅਰਾ ਲਾਉਂਦਾ ਤੇ ਉਹ ਗਲਤ ਆ, ਬਾਹਰ ਜਾ ਕੇ ਅਗਰ ਉਹ ਆਪਣੀ ਭਾਵਨਾ ਨੂੰ ਵਿਅਕਤ ਕਰਨੀ ਚਾਹੁੰਦਾ ਤਾਂ ਅਗਰ ਉਹ ਲਾਉਂਦਾ ਤਾਂ ਉਹਦਾ ਅਸੀਂ ਸਵਾਗਤ ਕਰਦੇ ਹਾਂ। ਸੈਕੰਡ ਗੱਲ ਇਹ ਆ ਕਿ ਉਹ ਕਹਿੰਦੇ ਕਿ ਜੇ ਕੇਂਦਰ ਸਰਕਾਰ ਸਾਨੂੰ ਅਗਰ ਖਾਲਿਸਤਾਨ ਦੇ ਦੇਵੇ ਤਾਂ ਅਸੀਂ ਲੈਣ ਲਈ ਤਿਆਰ ਹਾਂ। ਜੇ ਕੇਂਦਰ ਸਰਕਾਰ ਦੇ ਦੇਵੇ, ਕੇਂਦਰ ਸਰਕਾਰ ਕੋਈ ਰੇੜੀਆਂ ਮੂੰਗਫਲੀਆਂ ਦੀ ਥਾਲੀ ਤਾਂ ਹੈ ਨਹੀਂ ਵੀ ਜਿਹੜੇ ਖਾਲਿਸਤਾਨ ਪਲੇਟ 'ਚ ਪਾ ਕੇ ਦੇ ਦੂਗੀ। ਤੇ ਜੇ ਖਾਲਿਸਤਾਨ ਲੈਣਾ ਤਾਂ 1984 ਦੇ ਵਿੱਚ ਹਜ਼ਾਰਾਂ ਬੇਦੋਸ਼ੇ ਲੋਕਾਂ ਦੇ ਕਤਲ ਹੋਏ, ਉਹਨਾਂ ਦਾ ਰਿਜ਼ਲਟ ਅੱਜ ਤੱਕ 0। ਫਿਰ ਸ਼੍ਰੀ ਅਕਾਲ ਤਖ਼ਤ ਸਾਹਿਬ ਢਾਹ ਢੇਰੀ ਕੀਤਾ ਗਿਆ, ਰਿਜ਼ਲਟ 0। ਉਸ ਵੇਲੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਸ਼ਹਾਦਤ ਹੋਈ, ਰਿਜ਼ਲਟ ਅੱਜ ਤੱਕ 0। ਫਿਰ ਉਸ ਤੋਂ ਬਾਅਦ ਛੋਟੇ ਛੋਟੇ ਨੰਨੇ ਮੁੰਨੇ ਬੱਚੇ ਜਿਹੜੇ ਉਹ ਸ਼ਹੀਦ ਹੋ ਗਏ, ਔਰਤਾਂ ਮਾਤਾਵਾਂ ਭੈਣਾਂ ਨੂੰ ਸ਼ਹੀਦ ਕਰ ਦਿੱਤਾ ਗਿਆ, ਰਿਜ਼ਲਟ 0। ਅੱਜ ਕਾਂਗਰਸ ਦੀ ਉਸ ਵੇਲੇ ਪ੍ਰਧਾਨ ਸੀ, ਪ੍ਰਾਈਮ ਮਿਨਿਸਟਰ ਸੀ ਸ਼੍ਰੀਮਤੀ ਇੰਦਰਾ ਗਾਂਧੀ ਜੀ। ਇੰਦਰਾ ਗਾਂਧੀ ਨੂੰ ਅਟਲ ਬਿਹਾਰੀ ਵਾਜਪਾਈ ਔਰ LK ਅਡਵਾਨੀ ਇਹਨਾਂ ਦੋਨਾਂ ਨੇ ਰੋਸ ਮਾਰਚ ਕੱਢ ਕੇ ਉੱਤੇ ਪ੍ਰੈਸ਼ਰ ਬਣਾਇਆ ਸੀ ਕਿ ਦਰਬਾਰ ਸਾਹਿਬ ਦੇ ਅੰਦਰ ਫੌਜ ਨੂੰ ਭੇਜਿਆ ਜਾਵੇ। ਅਗਰ ਫੌਜੀ ਕਾਰਵਾਈ ਉੱਥੇ ਕਰੇਗੀ, ਮਿਲਟਰੀ ਦਾ ਰਾਜ ਅਗਰ ਉੱਥੇ ਇਸਟੈਬਲਿਸ਼ ਕੀਤਾ ਜਾਵੇ, ਤਦ ਅੰਦਰ ਜਿਹੜੇ ਆ ਉਹ ਅਸੀਂ ਉੱਥੇ ਪੂਰਾ ਕਬਜ਼ਾ ਕਰ ਸਕਦੇ। ਸੰਤਾਂ ਤੋਂ ਡਰਦੇ ਮਾਰਿਆਂ ਨੇ ਇਹਨਾਂ ਨੇ ਫੌਜ ਉੱਥੇ ਭੇਜੀ, ਅੰਦਰ ਤੋਪਾਂ ਨਾਲ ਗੋਲੇ ਚਲਾਏ, ਅਕਾਲ ਤਖ਼ਤ ਸਾਹਿਬ ਨੂੰ ਢਾਹ ਢੇਰੀ ਕੀਤਾ ਗਿਆ। ਪੰਜਾਬ ਦੇ ਅੰਦਰ ਅੱਜ ਕਾਂਗਰਸ ਦੀ ਸਰਕਾਰ ਆ ਤੇ ਅਕਾਲੀਆਂ ਦੇ ਮੂੰਹੋਂ ਇਹ ਨਿਕਲ ਰਿਹਾ ਕਿ ਖਾਲਿਸਤਾਨ ਜਿਹੜਾ ਉਹ ਸਾਨੂੰ ਅਗਰ ਪਲੇਟ 'ਚ ਪਾ ਕੇ ਦੇ ਦਿੱਤਾ ਜਾਵੇ ਤਾਂ ਅਸੀਂ ਲੈਣ ਲਈ ਤਿਆਰ ਹਾਂ। ਇਹਨਾਂ ਨੂੰ ਇਹ ਪੁੱਛੋ
ਜਦੋਂ ਅਕਾਲੀਆਂ ਦਾ 10 ਸਾਲ ਰਾਜ ਰਿਹਾ ਉਦੋਂ ਫਿਰ ਤੁਸੀਂ ਖਾਲਿਸਤਾਨ ਤੇ ਨਾਂ ਦੇ ਉੱਤੇ ਤੁਸੀਂ ਲੋਕਾਂ ਤੇ ਦੇਸ਼ ਧਰੋਹ ਦੇ ਪਰਚੇ ਕਿਉਂ ਦਰਜ ਕਰਦੇ ਸੀ? ਮੈਂ ਤਾਂ ਸੁਪਰੀਮ ਕੋਰਟ ਦੇ ਜੱਜ ਨੂੰ ਲੈਟਰ ਵੀ ਲਿਖਿਆ ਸੀ ਕਿ ਜਿਹੜਾ ਵਿਅਕਤੀ ਇਸ ਦੇਸ਼ ਦੇ ਅੰਦਰ, ਚਾਹੇ ਉਹ ਪ੍ਰਾਈਮ ਮਿਨਿਸਟਰ ਹੋਵੇ, ਰਾਸ਼ਟਰਪਤੀ ਹੋਵੇ, ਸੂਬਿਆਂ ਦੇ ਮੁੱਖ ਮੰਤਰੀ ਹੋਣ, ਜਿਹੜਾ ਹਿੰਦੁਸਤਾਨ ਲਫ਼ਜ਼ ਕਹਿੰਦਾ, ਅਗਰ ਉਹ ਹਿੰਦੁਸਤਾਨ ਭਾਰਤ ਦੇ ਵਿੱਚ ਰਹਿ ਕੇ ਕਹਿੰਦਾ ਤਾਂ ਉਹਨਾਂ ਦੇ ਉੱਤੇ ਦੇਸ਼ ਧਰੋਹ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ। ਜੇ ਉਹਨਾਂ ਲੋਕਾਂ ਤੇ ਦਰਜ ਨਹੀਂ ਹੁੰਦਾ ਫਿਰ ਖਾਲਿਸਤਾਨ ਜਿਹੜੇ ਕਹਿੰਦੇ ਆ ਤੇ ਉਹਨਾਂ ਦੇ ਉੱਤੇ ਵੀ ਦੇਸ਼ ਧਰੋਹ ਦਾ ਜਿਹੜਾ ਉਹ ਸਿੱਖਾਂ ਤੇ ਪਰਚਾ ਦਰਜ ਨਹੀਂ ਹੋਣਾ ਚਾਹੀਦਾ। ਜੀ, ਬਹੁਤ ਬਹੁਤ ਧੰਨਵਾਦ। ਇਹ ਸਨ ਮਾਣਯੋਗ MP ਸਿੰਘ ਗਰਾਇਆ ਜੀ, ਜਿਨ੍ਹਾਂ ਨੇ ਲਗਭਗ ਹਰ ਮਸਲੇ ਉੱਤੇ ਪੂਰੇ ਖੁੱਲ੍ਹ ਕੇ ਵਿਚਾਰ ਰੱਖੇ। ਵਧੇਰੇ ਖਬਰਾਂ ਲਈ ਤੁਸੀਂ ਸਾਡਾ YouTube ਚੈਨਲ ਹੈਡਲਾਈਨਜ਼ ਭਾਰਤ ਸਬਸਕ੍ਰਾਈਬ ਕਰ ਸਕਦੇ ਹੋ। ਧੰਨਵਾਦ।